ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਇਸ ਤੋਂ ਪਹਿਲਾਂ ਕਿ ਅੱਜ ਦੀਆਂ ਕਿਹੜੀਆਂ ਖਬਰਾਂ ਜਿਹਦੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਨੀ ਆ, ਉਹਨਾਂ ਦਾ ਵਿਸਥਾਰ, ਉਹਨਾਂ ਦੀ ਜਾਣਕਾਰੀ ਦੇਵਾਂ, ਉਹਦੇ ਤੋਂ ਪਹਿਲਾਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਤੁਸੀਂ ਕਮੈਂਟ ਕਰ ਰਹੇ ਹੋ ਕਿ ਕੀ ਗ੍ਰਾਮ ਸਭਾਵਾਂ ਕੋਈ ਰੋਲ ਅਦਾ ਕਰ ਸਕਦੀਆਂ ਨੇ ਜਾਂ ਆਮ ਵਿਅਕਤੀ ਜਾਂ ਪਿੰਡਾਂ ਦੇ ਲੋਕ ਕੀ ਕਰ ਸਕਦੇ ਨੇ। ਇਹਦੇ ਉੱਤੇ ਜਿੰਨੀ ਕੁ ਮੈਂ ਜਾਣਕਾਰੀ ਪ੍ਰਾਪਤ ਕਰ ਸਕਿਆ ਉਸ ਦੇ ਮੁਤਲਕ ਇਸ ਵੀਡੀਓ ਤੋਂ ਅਲੱਗ ਸਿਰਫ ਗ੍ਰਾਮ ਸਭਾਵਾਂ ਦੇ ਉੱਤੇ, ਪੰਚਾਇਤਾਂ ਦੇ ਰੋਲ ਦੇ ਉੱਤੇ ਤੇ ਪਿੰਡ ਦੇ ਲੋਕਾਂ ਦੇ ਰੋਲ ਦੀ ਇੱਕ ਵੱਖਰੇ ਤੌਰ ਤੇ ਵੀਡੀਓ ਤੁਹਾਡੇ ਰੂਬਰੂ ਕਰਾਂਗਾ। ਇਹਦੇ ਤੋਂ ਬਾਅਦ ਜ਼ਰੂਰ ਵੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਗ੍ਰਾਮ ਸਭਾਵਾਂ ਕੀ ਕਰ ਸਕਦੀਆਂ ਨੇ, ਕੀ ਕਾਨੂੰਨੀ ਮਾਨਤਾ ਹੈ, ਕੀ ਉਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ, ਕਿ ਜੇਕਰ ਤੁਸੀਂ ਉਹ ਕੰਮ ਕਰ ਲਏ ਇਹ ਜਿਹੜੇ ਤਿੰਨੇ ਹੀ ਕਿਸਾਨ ਵਿਰੋਧੀ ਬਿੱਲ ਜਿਸ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਰੱਦ ਕਰਵਾਏ ਜਾ ਸਕਦੇ ਹੈ, ਉਹ ਤੁਹਾਡੇ ਵਾਸਤੇ ਕਾਫੀ ਅਹਿਮ ਜਾਣਕਾਰੀ ਹੋ ਸਕਦੀ ਹੈ। ਆਓ ਹੁਣ ਅੱਜ ਜਿਹੜੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਉਹਨਾਂ ਦੀ ਜਾਣਕਾਰੀ ਦੇਵਾਂ। ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜਿਸ ਨੂੰ ਧਮਾਕਾ ਆਖਿਆ ਜਾ ਸਕਦਾ ਹੈ ਰਾਜਨੀਤੀ ਦੇ ਵਿੱਚ, ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ NDA ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ ਹੈ। ਇਹਦੇ ਤੇ ਖੁੱਲ੍ਹ ਕੇ ਵਿਚਾਰ ਕਰਾਂਗਾ ਕਿ ਇੰਨਾ ਪੁਰਾਣਾ ਜਿਸ ਨੂੰ ਮਜ਼ਬੂਤ ਰਿਸ਼ਤਾ ਦੱਸਦੇ ਹੁੰਦੇ ਸੀ ਕਿਉਂ ਤੋੜਿਆ। ਇਹਦੇ ਨਾਲ ਇੱਕ ਹੋਰ ਖਬਰ ਹੈ ਕਿ ਕੈਨੇਡਾ ਦੇ ਵਿੱਚ ਵੀ ਜਿਸ ਤਰ੍ਹਾਂ ਪੰਜਾਬ ਤੇ ਹੋਰ ਸੂਬਿਆਂ ਵਿੱਚ ਕਿਸਾਨ ਇਕੱਠੇ ਹੋ ਕੇ ਹਾਦਾ ਨਾਰਾ ਮਾਰ ਰਹੇ ਨੇ, ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਨੇ, ਕੈਨੇਡਾ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ, ਰੋਸ ਮੁਜ਼ਾਹਰੇ ਹੋਣ ਲੱਗੇ ਆ। ਇਹਦੇ ਤੇ ਗੱਲਬਾਤ ਕਰਾਂਗੇ। ਅਗਲੀ ਖਬਰ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਸ ਨੂੰ RCMP ਆਖਿਆ ਜਾਂਦਾ ਹੈ, ਉਹਦੇ ਵਿੱਚ ਬਹੁਤ ਸਾਰੇ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਨੇ, ਉਹਨਾਂ ਦੇ ਨਾਲ ਵਿਤਕਰੇ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ। ਉਹਦੇ ਮੁਤਲਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇੱਕ ਸਪਸ਼ਟ ਸਟੈਂਡ ਲਿਆ, ਉਹ ਸਟੈਂਡ ਦੀ ਗੱਲ ਕਰਾਂਗੇ। ਇਹਦੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਗੱਲ ਕਰਾਂਗੇ ਕਿ ਉਹ ਫਿਰ ਇੱਕ ਵਾਰੀ ਸੁਪਰੀਮ ਕੋਰਟ ਗਏ ਨੇ, ਸੁਪਰੀਮ ਕੋਰਟ ਦਾ ਦਰਵਾਜ਼ਾ ਉਹਨਾਂ ਨੇ ਕਿਉਂ ਖੜਕਾਇਆ, ਉਹਦੇ ਤੇ ਇੱਕ ਵਾਰੀ ਫਿਰ ਤੋਂ ਗੱਲਬਾਤ ਕਰਾਂਗੇ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਨੂੰ ਵਿਸਥਾਰ ਦਈਏ, ਪਰ ਵਿਸਥਾਰ ਤੋਂ ਪਹਿਲਾਂ ਉਹ ਰੋਜ਼ਾਨਾ ਵਾਂਗ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਹਾਲੇ ਤੱਕ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ, ਤੇ ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਹ ਸਾਰੀਆਂ ਜਾਣਕਾਰੀਆਂ ਦੂਰ ਤੱਕ ਪੁੱਜਦੀਆਂ ਰਹਿਣ। ਤੇ ਆਓ ਹੁਣ ਸਭ ਤੋਂ ਅਹਿਮ, ਸਭ ਤੋਂ ਵੱਡੀ, ਸਭ ਤੋਂ ਧਮਾਕੇਦਾਰ ਖਬਰ, ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ ਅੱਜ ਹੁਣ ਤੋਂ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਪੰਜਾਬ ਪ੍ਰਤੀ ਨੀਤੀਆਂ ਦੇ ਚੱਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਅਗਵਾਈ ਵਾਲੇ NDA ਦਾ ਹਿੱਸਾ ਬਣਿਆ ਰਹਿ ਨਹੀਂ ਸਕਦਾ। ਇਸ ਕਰਕੇ ਅਸੀਂ ਉਹਨਾਂ ਨਾਲੋਂ ਤੋੜ ਵਿਛੋੜਾ ਕਰ ਰਹੇ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜਾਂ ਮੋਦੀ ਸਰਕਾਰ ਜਿਸ ਨੇ ਕਿਸਾਨ ਵਿਰੋਧੀ 3 ਆਰਡੀਨੈਂਸ ਲਿਆਂਦੇ ਤੇ ਤਿੰਨੇ ਬਿੱਲ ਫਿਰ ਪਾਸ ਕਰ ਦਿੱਤੇ ਹੈ ਜੋ ਕਿ ਪੰਜਾਬ ਵਿਰੋਧੀ ਨੇ ਅਤੇ ਦੇਸ਼ ਵਿਰੋਧੀ ਨੇ। ਉਹ ਕਹਿੰਦੇ ਅਸੀਂ ਉਸ ਪਾਰਟੀ ਦੇ NDA ਦਾ ਹੁਣ ਹਿੱਸਾ ਬਣ ਕੇ ਰਹਿ ਨਹੀਂ ਸਕਦੇ ਜੋ ਕਿਸਾਨਾਂ ਦੀ ਵਿਰੋਧਤਾ ਕਰਦੇ ਹੋਣ। ਸੁਖਬੀਰ ਬਾਦਲ ਨੇ ਕਿਹਾ, ਬੀਤੀ ਦੇਰ ਰਾਤ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਨੂੰ ਜਦੋਂ ਉਹ ਸੰਬੋਧਨ ਕਰ ਰਹੇ ਸਨ, ਸੁਖਬੀਰ ਬਾਦਲ ਕਹਿੰਦੇ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਸੀ ਉਹਦੇ ਨਾਲ ਸਲਾਹ ਮਸ਼ਵਰਾ ਕਰਦੇ, ਪਰ ਕਹਿੰਦੇ ਉਹਨਾਂ ਇਸ ਤਰ੍ਹਾਂ ਕੀਤਾ ਹੀ ਨਹੀਂ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਨੇ ਆਪਣਾ ਸਾਰਾ ਜੀਵਨ, ਇਹ ਸੁਖਬੀਰ ਬਾਦਲ ਦੀਆਂ ਮੈਂ ਜਿਹੜੀਆਂ ਲਾਈਨਾਂ ਨੇ ਸੁਖਬੀਰ ਬਾਦਲ ਦਾ ਬਿਆਨ ਕੋਟ ਕਰ ਰਿਹਾ, ਸੁਖਬੀਰ ਬਾਦਲ ਕਹਿੰਦੇ ਕਿ ਜਿਹੜੀ ਪਾਰਟੀ ਨੇ ਆਪਣਾ ਸਾਰਾ ਜੀਵਨ ਕਿਸਾਨਾਂ ਤੇ ਖੇਤੀਬਾੜੀ ਲਈ ਲਾਇਆ ਹੋਵੇ, ਉਸ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਨਾ ਗਿਆ ਹੋਵੇ, ਅਸੀਂ ਉਹਨਾਂ ਨੂੰ ਕਿਹਾ ਕਿ 2 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਭਾਈ ਇਹ ਕਿਸਾਨਾਂ ਦੀ ਵਿਰੋਧਤਾ ਦੇ ਵਿੱਚ ਜਾਂਦਾ ਹੈ, ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣੇ, ਪਰ ਕਹਿੰਦੇ ਮੋਦੀ ਸਰਕਾਰ ਨੇ ਗੱਲ ਸੁਣੇ ਬਗੈਰ ਧੱਕੇ ਦੇ ਨਾਲ ਪਹਿਲਾਂ ਆਰਡੀਨੈਂਸ ਤੇ ਫਿਰ ਖੇਤੀਬਾੜੀ ਬਿੱਲ ਪਾਸ ਕਰਵਾ ਲਏ ਨੇ। ਉਹ ਕਹਿੰਦੇ ਕਿ ਅਸੀਂ ਕਈ ਦਿਨਾਂ ਤੋਂ ਆਪਣੀ ਲੀਡਰਸ਼ਿਪ ਨਾਲ ਲਗਾਤਾਰ ਗੱਲਬਾਤ ਕਰ ਰਹੇ ਸੀ, ਪਰ ਆਖਰਕਾਰ ਅਸੀਂ ਉਸ ਨਤੀਜੇ ਤੇ ਪਹੁੰਚ ਗਏ ਕਿ ਅਸੀਂ ਅਜਿਹੇ ਗੱਠਜੋੜ ਦਾ ਹੁਣ ਹਿੱਸਾ ਬਣਿਆ ਰਹਿ ਨਹੀਂ ਸਕਦੇ ਜਿਸ ਨੇ ਕਿਸਾਨ ਵਿਰੋਧੀ ਬਿੱਲ ਲਿਆਂਦੇ ਹੋਣ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਕਿਸਾਨੀ ਪੰਜਾਬ ਦੀ ਸ਼ਾਨ ਹੈ। ਜਿੰਨੇ ਵੀ ਕਹਿੰਦੇ ਮੈਂਬਰ ਪਾਰਲੀਮੈਂਟ ਨੇ, ਸੰਸਦ ਦੇ ਵਿੱਚ ਬੈਠਦੇ ਨੇ,
ਉਹ ਕਿਸਾਨਾਂ ਦਾ ਹੀ ਖਾਂਦੇ ਆ, ਭਾਵੇਂ ਉਹ ਪੰਜਾਬ ਦੇ ਨੇ, ਭਾਵੇਂ ਭਾਰਤ ਦੇ ਕਿਸੇ ਹੋਰ ਸੂਬੇ ਵਿੱਚੋਂ ਆਉਂਦੇ ਨੇ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਇਹਨਾਂ ਆਰਡੀਨੈਂਸਾਂ ਦਾ ਅਸਰ 20 ਲੱਖ ਕਿਸਾਨਾਂ ਅਤੇ 20 ਤੋਂ 50 ਹਜ਼ਾਰ ਆੜ੍ਹਤੀਆਂ ਤੇ ਨਾਲ 15 ਤੋਂ 20 ਲੱਖ ਮਜ਼ਦੂਰਾਂ ਤੇ ਪਵੇਗਾ। ਹੁਣ ਹੈਰਾਨੀ ਦੀ ਹੱਦ ਹੈ ਕਿ ਪਿਛਲੇ 3-4 ਮਹੀਨੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ 15 ਤੋਂ 20 ਲੱਖ ਮਜ਼ਦੂਰ ਨੇ, ਇੰਨੇ ਹੀ ਕਿਸਾਨ ਨੇ, ਇੰਨੇ ਆੜ੍ਹਤੀਏ ਨੇ, ਇਹਨਾਂ ਤੇ ਅਸਰ ਪੈਣ ਵਾਲਾ। ਉਦੋਂ ਵਕਾਲਤ ਵੀ ਸੁਖਬੀਰ ਬਾਦਲ ਕਰਦੇ ਸੀ। ਬੀਬੀ ਹਰਸਿਮਰਤ ਕੌਰ ਬਾਦਲ ਤਾਂ ਕਦੇ ਖੁੱਲ੍ਹ ਕੇ ਬੋਲੀ ਨਹੀਂ ਸੀ, ਪਰ ਹੁਣ ਉਹ ਇਹ ਆਖ ਰਹੇ ਨੇ ਕਿ ਅਸੀਂ ਇਸ ਗੱਠਜੋੜ ਦਾ ਹਿੱਸਾ ਬਣਿਆ ਰਹਿ ਨਹੀਂ ਸੀ ਸਕਦੇ ਤੇ ਆਖਰਕਾਰ ਤੋੜ ਵਿਛੋੜੇ ਦਾ ਐਲਾਨ ਕਰ ਦਿੱਤਾ। ਤੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਵੀ ਤੁਹਾਨੂੰ ਪਤਾ ਹੋਣਾ ਕਿ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਦਿੱਤਾ। ਬੀਬਾ ਬਾਦਲ ਅਸਤੀਫਾ ਦੇ ਚੁੱਕੇ ਨੇ। ਹਰਸਿਮਰਤ ਕੌਰ ਬਾਦਲ ਕੇਂਦਰੀ ਖਾਦ ਅਤੇ ਪ੍ਰੋਸੈਸਿੰਗ ਮੰਤਰੀ ਹੋਇਆ ਕਰਦੇ ਸਨ ਤੇ ਉਹਦੇ ਤੋਂ ਅਸਤੀਫਾ ਦੇਣ ਦੇ ਬਾਅਦ ਹਰਸਿਮਰਤ ਬਾਦਲ ਨੇ ਵੀ ਇਹੀ ਕਿਹਾ ਸੀ ਕਿ ਪੰਜਾਬ ਦੀ ਧੀ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਹੁਣ ਇਹ ਪੱਖ ਸੀ ਸੁਖਬੀਰ ਬਾਦਲ ਦਾ, ਇਹ ਗੱਲ ਸੀ ਹਰਸਿਮਰਤ ਕੌਰ ਬਾਦਲ ਦੀ। ਹੁਣ ਪਹਿਲਾਂ ਜਿਸ ਦਿਨ ਅਸਤੀਫਾ ਹਰਸਿਮਰਤ ਕੌਰ ਬਾਦਲ ਨੇ ਦਿੱਤਾ, ਜਿਸ ਦਿਨ ਯੂ ਟਰਨ ਸੁਖਬੀਰ ਬਾਦਲ ਨੇ ਦਿੱਤਾ ਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਉਹ ਗੱਲ ਕਰ ਰਹੇ ਸੀ, ਉਸ ਦਿਨ ਵੀ ਪੰਜਾਬ ਦੀਆਂ ਬਾਕੀ ਸਿਆਸੀ ਧਿਰਾਂ ਨੇ ਆਖਿਆ ਸੀ ਕਿ ਸਿਰਫ ਡਰਾਮਾ ਹੈ। ਤੇ ਹੁਣ ਆਹ ਤੋੜ ਵਿਛੋੜੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਫਿਰ ਆਖਿਆ, ਉਹ ਕਹਿੰਦੇ ਅਕਾਲੀ ਦਲ ਵੱਲੋਂ ਐਨਡੀਏ ਛੱਡਣ ਦੇ ਫੈਸਲੇ ਤੇ ਮੈਂ ਟਿੱਪਣੀ ਕਰਨੀ ਚਾਹੁੰਦਾ। ਉਹ ਕਹਿੰਦੇ ਬਾਦਲਾਂ ਦੇ ਲਈ ਇਹ ਰਾਜਸੀ ਮਜਬੂਰੀ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਕੈਪਟਨ ਕਹਿੰਦੇ ਅਕਾਲੀ ਦਲ ਕੋਲ ਖੇਤੀ ਬਿੱਲਾਂ ਤੇ ਭਾਜਪਾ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਐਨਡੀਏ ਛੱਡਣ ਤੋਂ ਬਗੈਰ ਇਹ 10 ਦਿਨ ਚਾਰਾ ਬਚਿਆ ਕਿਹੜਾ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ 'ਚ ਕੋਈ ਵੀ ਨੈਤਿਕਤਾ ਮੈਨੂੰ ਤਾਂ ਲੱਗਦੀ ਨਹੀਂ, ਜੇ ਤੁਹਾਨੂੰ ਲੱਗਦੀ ਹੈ ਤਾਂ ਤੁਸੀਂ ਦੱਸ ਦਿਓ। ਹੁਣ ਇਹ ਅੱਜ ਦਾ ਜਾਂ 2 ਜਾਂ 4 ਜਾਂ 5 ਜਾਂ 10 ਸਾਲਾਂ ਦਾ ਰਿਸ਼ਤਾ ਨਹੀਂ ਸੀ। ਐਨਡੀਏ ਦਾ ਜਿਹੜਾ ਹਿੱਸਾ ਸੀ ਸ਼੍ਰੋਮਣੀ ਅਕਾਲੀ ਦਲ ਬੀਤੇ 22 ਵਰ੍ਹਿਆਂ ਤੋਂ ਸੀ। ਇੰਨਾ ਲੰਬਾ, ਇੰਨਾ ਪੁਰਾਣਾ ਰਿਸ਼ਤਾ ਅਕਾਲੀ ਤੇ ਭਾਜਪਾ ਦਾ ਤੜਕ ਕਰਕੇ ਟੁੱਟ ਗਿਆ। ਲਗਭਗ 9 ਦਿਨ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਦੇ ਵਿੱਚੋਂ ਅਸਤੀਫਾ ਦਿੱਤਾ, ਜਿਸ ਨੂੰ ਅੱਜ ਤੱਕ ਭਾਜਪਾਈਏ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ 9 ਮਾਸ ਦਾ ਰਿਸ਼ਤਾ ਦੱਸਦੀ ਸੀ। ਤੇ ਫਿਰ ਹੁਣ ਇਹ ਰਿਸ਼ਤੇ ਨੂੰ ਕਿਹੜੀ ਖੁਰਕ ਪੈ ਗਈ ਕਿ ਅਕਾਲੀ ਦਲ ਬਾਦਲ ਨੇ ਐਨਡੀਏ ਨਾਲੋਂ ਆਖਰਕਾਰ ਤੋੜ ਵਿਛੋੜਾ ਕਰ ਲਿਆ। ਕੋਈ ਨਾ ਕੋਈ ਤਾਂ ਕਾਰਨ ਰਹੇ ਹੋਣਗੇ ਨਾ ਕਿ ਜਿਹਦੇ ਕਾਰਨ ਉਹਨਾਂ ਨੂੰ ਆਖਰਕਾਰ ਇਹ ਕਹਿਣਾ ਪੈ ਗਿਆ ਕਿ ਸਾਡੀ ਹੁਣ ਉਸ ਪਾਰਟੀ ਦੇ ਨਾਲ ਸਾਂਝ ਭਿਆਲੀ ਰਹਿ ਨਹੀਂ ਸਕਦੀ। ਆਖਰਕਾਰ ਮੋਦੀ ਸਰਕਾਰ ਵੱਲੋਂ ਲਿਆਂਦੇ 3 ਕਿਸਾਨ ਵਿਰੋਧੀ ਬਿੱਲ, ਜਿੱਥੇ ਪੰਜਾਬ ਦੀ ਕਿਸਾਨੀ ਲਈ ਮਾਰੂ ਨੇ, ਇਹਨਾਂ ਬਿੱਲਾਂ ਦੀ ਪਹਿਲੀ ਮਾਰ ਪੰਜਾਬ ਦੀ ਰਾਜਨੀਤਿਕ ਪਾਰਟੀ ਅਕਾਲੀ ਦਲ ਉੱਪਰ ਤਾਂ ਹੈ ਹੀ, ਜਿਹੜੀ ਅਸਮਾਨੀ ਬਿਜਲੀ ਵਾਂਗ ਮੈਨੂੰ ਲੱਗਦਾ ਕਿ ਮਾਰ ਕਰ ਰਹੀ ਹੈ। 9 ਮਾਸ ਦਾ ਰਿਸ਼ਤਾ ਦੱਸਣ ਵਾਲਿਆਂ ਨੂੰ ਖੁਰਕ ਪੈ ਗਈ ਲੱਗਦੀ ਹੈ। ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਵੀਡੀਓ ਪਾਈ ਸੀ, ਜਿਹੜੇ ਵਿੱਚ ਉਹ ਦੱਸ ਰਹੇ ਸੀ ਕਿ ਇਹ ਬਿੱਲ ਕਿਸਾਨ ਵਿਰੋਧੀ ਨਹੀਂ। ਹੁਣ ਸਾਰਾ ਹੀ ਬਾਦਲ ਪਰਿਵਾਰ ਇਹਨਾਂ ਬਿੱਲਾਂ ਦੇ ਹੱਕ ਵਿੱਚ ਬੋਲਦਾ ਨਜ਼ਰ ਆ ਸੀ ਤੇ ਹੁਣ ਵਿਰੋਧ ਵਿੱਚ ਬੋਲਦਾ ਨਜ਼ਰ ਆ ਰਿਹਾ ਹੈ। ਪਰ ਜਦੋਂ ਪੰਜਾਬ ਦੇ ਕਿਸਾਨ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਸੀ, ਆ ਬਾਦਲ ਕੇ ਉਹਦੇ ਹੱਕ 'ਚ ਵੀਡੀਓ ਪਾ ਰਹੇ ਸੀ ਤੇ ਆਪਣੇ ਰਾਜਨੀਤਿਕ ਮੰਚ ਉੱਪਰ ਲੋਕ ਲਵਾਉਣੇ ਨਾਟਕ ਖੇਡ ਰਹੇ ਸੀ। ਹੁਣ ਨਾਟਕ ਤੁਸੀਂ ਸੋਚ ਰਹੇ ਹੋਵੋਗੇ ਨਾਟਕਾਂ ਦਾ ਕੀ ਕੰਮ। ਨਾਟਕਾਂ ਦੀਆਂ 3 ਝਾਕੀਆਂ ਦੀ ਮੈਂ 3 ਝਲਕਾਂ ਦੀ ਤੁਹਾਨੂੰ ਝਲਕ ਦਿਖਾ ਦਿੰਦਾ। ਪਹਿਲੀ ਝਲਕ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਵਿੱਚ ਬੋਲੇ ਤਾਂ ਮਾਈਕ ਬੰਦ ਹੋਇਆ। ਦੂਜੀ ਝਲਕ ਕੇਂਦਰ ਦੇ ਵਿੱਚ ਵਜ਼ੀਰੀ ਦਾ ਆਨੰਦ ਮਾਣਦੀ ਬੀਬੀ ਬਾਦਲ, ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਜਿਸ ਨੂੰ ਪੰਜਾਬ ਦੇ ਕਿਸਾਨਾਂ ਲਈ ਉਹ ਕੁਰਬਾਨੀ ਦੱਸ ਰਹੇ ਨੇ। ਹੁਣ ਚੀਚੀ ਨੂੰ ਲੱਗਿਆ ਖੂਨ, ਸ਼ਹੀਦੀ ਤਾਂ ਹੋ ਨਹੀਂ ਸਕਦੀ। ਉਹ ਵੀ ਕੋਸ਼ਿਸ਼ ਅਸਫਲ ਰਹੀ ਤੇ ਹੁਣ ਰਾਜਨੀਤਿਕ ਮੰਚ ਉੱਪਰ ਇਸੇ ਨਾਟਕ ਦੀ ਤੀਸਰੀ ਝਾਕੀ ਆਈ ਹੈ। ਉਹ ਤੀਸਰੀ ਝਾਕੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬੀਤੀ ਦੇਰ ਰਾਤ ਇਹ ਬਿਆਨ ਦੇਣਾ ਕਿ ਕਿਸਾਨੀ ਦੇ ਹਿੱਤ ਵਿੱਚ ਉਹਨਾਂ ਨੇ ਇਹਨਾਂ ਬਿੱਲਾਂ ਦੇ ਵਿਰੋਧ ਕਰਦੇ ਹੋਏ ਆਪਣਾ ਪੁਰਾਣਾ ਨਾਤਾ ਤੋੜ ਲਿਆ। ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਰ ਆ ਰਹੀਆਂ ਨੇ, ਕਿਉਂਕਿ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੀ ਵਿਧਾਨ ਸਭਾ ਚੋਣ ਦੇ ਵਿੱਚ ਸਾਲ 2017 ਦੀ ਜਦੋਂ ਵਿਧਾਨ ਸਭਾ ਚੋਣ ਹੋਈ,
ਪੰਜਾਬ ਦੇ ਵਿੱਚ 117 ਹਲਕੇ ਹੈ, 2 ਵਾਰ ਸਰਕਾਰ ਰਹੀ ਹੋਵੇ, 2 ਟਰਮਾਂ ਲਗਾਤਾਰ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਰਹੀ ਤੇ 2 ਟਰਮਾਂ ਰਾਜ ਕਰਨ ਵਾਲੀ ਪਾਰਟੀ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ 117 ਦੇ ਵਿੱਚੋਂ ਸਿਰਫ 15 ਸੀਟਾਂ ਤੇ ਸਬਰ ਕਰਨਾ ਪਿਆ ਸੀ। ਇਹ ਗੱਲ ਬਹੁਤ ਸਪਸ਼ਟ ਹੈ ਕਿ ਅਕਾਲੀ ਦਲ ਦਾ ਸਭ ਤੋਂ ਵੱਡਾ ਵੋਟ ਬੈਂਕ ਜੇ ਕੁਝ ਹੈ ਤਾਂ ਉਹ ਕਿਸਾਨੀ ਹੈ। ਸ਼ਾਇਦ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ, ਮੈਨੂੰ ਲੱਗਦਾ ਕਿ 1998 ਤੋਂ ਚੱਲੇ ਆ ਰਹੇ ਐਨਡੀਏ ਦਾ ਹਿੱਸਾ ਬਣੇ, ਆਖਰਕਾਰ ਆਪਣਾ ਤੋੜ ਵਿਛੋੜਾ ਕਰਨ ਦਾ ਬੀਤੀ ਰਾਤ ਐਲਾਨ ਕਰ ਦਿੱਤਾ ਕਿ ਤਾਂ ਆਉਣ ਵਾਲੀ 2022 ਦੀ ਵਿਧਾਨ ਸਭਾ ਚੋਣ ਵੀ ਕਿਤੋਂ ਹੱਥੋਂ ਨਾ ਖੁੱਸ ਜਾਏ। ਹਰਸਿਮਰਤ ਕੌਰ ਬਾਦਲ ਨੇ ਮੋਦੀ ਮੰਤਰੀ ਮੰਡਲ ਦੇ ਵਿੱਚੋਂ ਬੀਤੀ 17 ਤਰੀਕ ਨੂੰ ਅਸਤੀਫਾ ਦਿੱਤਾ, ਲਗਭਗ 9 ਦਿਨ ਬਣਦੇ ਹੈ ਤੇ 18 ਸਤੰਬਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਬੀ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਤੇ ਹਰਸਿਮਰਤ ਕੌਰ ਬਾਦਲ ਵਾਲਾ ਮਹਿਕਮਾ ਸੀ ਜਿਹੜਾ ਉਹ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਹਵਾਲੇ ਕਰ ਦਿੱਤਾ ਸੀ। ਹੁਣ ਇੱਕ ਗੱਲ ਤਾਂ ਸੋਚਣ ਵਾਲੀ ਹੈ ਕਿ ਇਹਦੇ ਨਾਲ ਮੋਦੀ ਸਰਕਾਰ ਨੂੰ ਕੋਈ ਘਾਟਾ, ਕੋਈ ਨਫਾ, ਕੋਈ ਨੁਕਸਾਨ ਹੋਏਗਾ? ਕਿਉਂਕਿ ਠੀਕ ਹੈ, ਹੁਣ ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਹਿੱਸਾ ਨਹੀਂ ਰਿਹਾ, ਐਨਡੀਏ ਨੂੰ ਕੀ ਘਾਟਾ ਪੈਣਾ ਹੈ? ਸ਼੍ਰੋਮਣੀ ਅਕਾਲੀ ਦਲ ਦੇ ਇਹ ਮਾਲਕ ਤੀਵੀਂ ਦੋਵੇਂ, ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੋਵੇਂ ਮੈਂਬਰ ਪਾਰਲੀਮੈਂਟ ਸੀ ਲੋਕ ਸਭਾ ਦੇ ਵਿੱਚ। ਕੀ ਫਰਕ ਪਊਗਾ ਵੀ ਜੇ 2 ਉਹਨਾਂ ਦੇ ਮੈਂਬਰ ਪਾਰਲੀਮੈਂਟ ਨਹੀਂ? ਰਾਜ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ 3 ਰਾਜ ਸਭਾ ਮੈਂਬਰ ਸੀ। ਭਲਾ ਕੀ ਫਰਕ ਪੈਣਾ ਹੈ? ਮੈਨੂੰ ਤੇ ਸਿੱਧਾ ਇਹ ਲੱਗਦਾ ਹੈ ਕਿ 2017 ਦੀਆਂ ਚੋਣਾਂ ਦੇ ਵੇਲੇ ਕਾਂਗਰਸ ਨੇ ਐਨ ਲਗਭਗ ਹੁੰਝਾ ਫੇਰਿਆ ਸੀ। ਹੁਣ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕਾਂਗਰਸ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ, ਬਹੁਜਨ ਸਮਾਜ ਵਾਲੇ ਜਾਂ ਕੋਈ ਹੋਰ ਧਿਰ ਕਿਤੇ ਫਾਇਦਾ ਨਾ ਚੁੱਕ ਜਾਵੇ। ਆ 15 ਜਿਹੜੀਆਂ ਮਿਲੀਆਂ ਸੀ, ਸ਼ਾਇਦ ਕਿਤੇ ਇਹ 15 ਵੀ ਨਾ ਮਿਲਣ। ਹੁਣ ਪਿਛਲੀ 2017 ਦੀ ਜਿਹੜੀ ਵਿਧਾਨ ਸਭਾ ਚੋਣ ਹੋਈ ਸੀ, ਉਸ ਵੇਲੇ ਕਾਂਗਰਸ ਨੂੰ 117 ਦੇ ਵਿੱਚੋਂ 77 ਸੀਟਾਂ ਮਿਲੀਆਂ। ਵੋਟ ਸ਼ੇਅਰ ਉਹ ਲੈ ਗਏ ਸੀ 38.8%। ਆਮ ਆਦਮੀ ਪਾਰਟੀ ਨੂੰ, ਜਿਸ ਨੂੰ ਆਪੋਜੀਸ਼ਨ ਪਾਰਟੀ ਦਾ ਅਹੁਦਾ ਤੇ ਰੁਤਬਾ ਮਿਲਿਆ, ਉਹਨਾਂ ਨੂੰ ਪਹਿਲੀ ਵਾਰੀ ਚੋਣ ਲੜਨ ਤੋਂ ਬਾਅਦ 20 ਸੀਟਾਂ ਮਿਲਦੀਆਂ ਨੇ ਤੇ ਉਹਨਾਂ ਨੂੰ 23.9% ਵੋਟ ਸ਼ੇਅਰ ਮਿਲਿਆ। ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੁਰਾਣੀ ਪਾਰਟੀ ਵੀ ਸੀ, 2 ਵਾਰ ਲਗਾਤਾਰ ਰਾਜ ਵੀ ਕਰ ਰਹੀ ਸੀ, 117 ਦੇ ਵਿੱਚੋਂ ਸਿਰਫ 15 ਸੀਟਾਂ ਮਿਲੀਆਂ ਤੇ ਵੋਟ ਸ਼ੇਅਰ ਲਗਭਗ 25.4% ਸੀ। ਤੇ ਇਹਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ, ਜਿਸ ਦਾ ਇਹ ਹਿੱਸਾ ਹੋਇਆ ਕਰਦੇ ਸਨ, ਸਿਰਫ 3 ਸੀਟਾਂ ਤੇ ਵੋਟ ਸ਼ੇਅਰ ਉਹਨਾਂ ਦਾ 5.4%। ਲੋਕ ਇਨਸਾਫ ਪਾਰਟੀ, ਬੈਂਸਾਂ ਵਾਲੀ ਪਾਰਟੀ, ਉਹਨਾਂ ਨੂੰ 2 ਸੀਟਾਂ ਮਿਲੀਆਂ ਤੇ ਉਹਨਾਂ ਦਾ ਵੋਟ ਸ਼ੇਅਰ 1.2% ਰਿਹਾ ਸੀ। ਹੁਣ ਮੈਨੂੰ ਲੱਗਦਾ ਕਿ ਸਾਰਾ ਕੁਝ ਨਾਪਿਆ ਗਿਆ, ਤੋਲਿਆ ਗਿਆ ਕੋਰ ਕਮੇਟੀ ਦੇ ਵਿੱਚ ਫੈਸਲਾ ਲੈਣ ਤੋਂ ਪਹਿਲਾਂ ਕਿ ਕੀ ਇਸ ਵਕਤ ਸਾਨੂੰ ਕਿਸਾਨਾਂ ਦੇ ਹੱਕ ਵਿੱਚ ਖੜ ਜਾਣਾ ਚਾਹੀਦਾ ਹੈ। ਪਰ ਚੰਗਾ ਹੁੰਦਾ ਆਹੀ ਫੈਸਲੇ, ਐਨਡੀਏ ਨੂੰ ਛੱਡਣ ਵਾਲਾ ਫੈਸਲਾ, ਮੋਦੀ ਵਜ਼ਾਰਤ ਦੇ ਵਿੱਚੋਂ ਅਸਤੀਫੇ ਵਾਲਾ ਫੈਸਲਾ, ਜੇ ਕਿਤੇ 3 ਜਾਂ 4 ਮਹੀਨੇ ਪਹਿਲਾਂ ਲੈ ਲਿਆ ਹੁੰਦਾ ਨਾ, ਅੱਜ ਰਾਜਨੀਤਿਕ ਪਿੱਚ ਦੇ ਉੱਤੇ, ਰਾਜਨੀਤਿਕ ਅਖਾੜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਸਥਿਤੀ ਬਣੀ ਹੋਈ ਹੈ, ਸ਼ਾਇਦ ਇਹ ਨਾ ਬਣਦੀ। ਹੁਣ ਭਾਵੇਂ ਨਾਤਾ ਤੋੜ ਲਿਆ, ਭਾਵੇਂ ਵਜ਼ੀਰੀ ਛੱਡ ਦਿੱਤੀ, ਸਭ ਕੁਝ ਕਰਨ ਦੇ ਬਾਵਜੂਦ ਵੀ ਲੋਕਾਂ ਦੇ ਗਲ ਦੇ ਹੇਠ ਇਹ ਗੱਲ ਬਿਲਕੁਲ ਨਹੀਂ ਉਤਰ ਰਹੀ। ਹੁਣ ਜਿੱਥੇ ਇਹ ਗੱਲ ਮੈਂ ਕਰ ਰਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਬੰਦ ਨੂੰ ਬਹੁਤ ਵੱਡਾ ਹੁੰਗਾਰਾ ਤੇ ਹੁਲਾਰਾ ਮਿਲਿਆ, ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸੰਘਰਸ਼ ਕਮੇਟੀਆਂ, ਰਾਜਨੀਤਿਕ, ਧਾਰਮਿਕ, ਕਲਾਕਾਰ, ਅਦਾਕਾਰ, ਆੜਤੀਏ, ਵਕੀਲ, ਦੋਧੀ, ਲਗਭਗ ਹਰ ਇੱਕ ਵਿਅਕਤੀ, ਹਰ ਇੱਕ ਸੰਸਥਾ ਇਸ ਸੰਘਰਸ਼ ਦੇ ਵਿੱਚ ਨਿੱਤਰ ਆਈ ਹੈ। ਤੇ ਹੁਣ ਇਹ ਕਿਸਾਨ ਸੰਘਰਸ਼, ਮਜ਼ਦੂਰ ਸੰਘਰਸ਼ ਨਹੀਂ ਰਿਹਾ, ਇਸ ਵਕਤ ਇਹ ਲੋਕ ਸੰਘਰਸ਼ ਬਣ ਗਿਆ। ਬੜੀ ਮੁੱਦਤ ਦੇ ਬਾਅਦ ਇਸ ਤਰ੍ਹਾਂ ਲੋਕ ਇਕੱਠੇ ਹੋਏ ਨੇ। ਹੁਣ ਇਹਦੀ ਜਿਹੜੀ ਗੂੰਜ ਹੈ ਉਹ ਪੰਜਾਬ ਤੋਂ ਬਾਹਰ, ਭਾਰਤ ਤੋਂ ਬਾਹਰ ਸੁਣਨੀ ਸ਼ੁਰੂ ਹੋ ਗਈ ਹੈ। ਹੁਣ ਖਬਰਾਂ ਮਿਲ ਰਹੀਆਂ ਨੇ, ਜਿਸ ਤਰ੍ਹਾਂ ਮੈਂ ਕੱਲ੍ਹ ਜ਼ਿਕਰ ਕਰ ਰਿਹਾ ਸੀ ਕਿ ਕੈਲੀਫੋਰਨੀਆ ਦੇ ਵਿੱਚ ਹੋਇਆ, ਇਟਲੀ ਦੇ ਵਿੱਚੋਂ ਹੋਇਆ, ਵੈਨਕੂਵਰ ਦੇ ਵਿੱਚ ਹੋਇਆ ਤੇ ਹੁਣ ਕੈਲਗਰੀ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਕੈਲਗਰੀ ਦੇ ਵਿੱਚ ਸੈਂਕੜੇ ਕਿਸਾਨਾਂ ਨੇ ਇੱਕ ਰੋਸ ਮਾਰਚ ਕੱਢਿਆ। ਉਹ ਰੋਸ ਮਾਰਚ ਭਾਰਤ ਵਿੱਚ ਲਾਗੂ ਹੋਣ ਜਾ ਰਹੇ ਇਹ 3 ਖੇਤੀਬਾੜੀ ਮਾਰੂ ਬਿੱਲਾਂ ਦੇ ਵਿਰੋਧ ਵਿੱਚ ਕੱਢਿਆ। ਪੰਜਾਬ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਹੋ ਰਹੇ ਨੇ, ਜੰਗ ਦੇ ਮੈਦਾਨ ਬਣ ਚੁੱਕੇ ਨੇ। ਆ ਬੀਤੀ 25 ਸਤੰਬਰ ਤੋਂ ਤੁਹਾਨੂੰ ਪਤਾ ਹੈ ਕਿ ਸੜਕੀ ਤੇ ਰੇਲ ਆਵਾਜਾਈ ਠੱਪ ਕੀਤੀ ਹੋਈ ਹੈ ਤੇ ਉਹਦੇ ਵਿੱਚ ਹੋਰ ਆਗਾਮੀ ਪ੍ਰੋਗਰਾਮ ਵੀ ਉਲੀਕ ਦਿੱਤੇ ਹੈ।
ਤੇ ਹੁਣ ਇਹ ਵਿਸ਼ਵ ਵਿਆਪੀ ਮੈਨੂੰ ਲੱਗਦਾ ਹੈ ਕਿ ਕੰਮ ਚੱਲ ਪਿਆ। ਹੁਣ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਪਰਿਵਾਰ ਕੈਨੇਡਾ ਵਿੱਚ ਵੀ ਆ ਕੇ ਪ੍ਰਵਾਸ ਕੀਤੇ ਹੋਏ। ਕੈਨੇਡਾ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆ ਕੇ ਖੇਤੀਬਾੜੀ ਦੇ ਧੰਦਾ ਕਰ ਰਹੇ ਨੇ, ਪਰ ਜੜ੍ਹਾਂ ਹਾਲੇ ਵੀ ਉਹਨਾਂ ਦੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਬਿੱਲਾਂ ਸੰਬੰਧੀ ਹਾਲੇ ਵੀ ਰੋਸ ਹੈ। ਰੋਸ ਜਾਗਣਾ ਕੁਦਰਤੀ ਵੀ ਸੀ, ਕਿਉਂਕਿ ਜਿਹੜੇ ਮੁਲਕ ਦੇ ਵਿੱਚੋਂ ਆਏ ਨੇ ਉਹਨੂੰ ਭੁੱਲਿਆ ਜਾਂ ਭੁਲਾਇਆ ਨਹੀਂ ਜਾ ਸਕਦਾ। ਲੋਕ ਪੱਖੀ ਘੋਲਾਂ ਦੇ ਜੁਝਾਰੂ ਮਨੁੱਖ ਵਜੋਂ ਜਾਣੇ ਜਾਂਦੇ ਨੇ ਮਾਸਟਰ ਭਜਨ ਗਿੱਲ। ਉਹਨਾਂ ਦੀ ਅਗਵਾਈ ਦੇ ਹੇਠ ਕੈਲਗਰੀ ਵਿੱਚ ਇੱਕ ਸੰਸਥਾ ਚੱਲ ਰਹੀ ਹੈ ਤੇ ਸੰਸਥਾ ਦਾ ਨਾਮ ਹੈ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਤੇ ਇੱਕ ਉੱਥੇ ਸੰਸਥਾ ਸਿੱਖ ਵਿਰਸਾ ਇੰਟਰਨੈਸ਼ਨਲ। ਉਹ ਗਿੱਲ ਸਾਹਿਬ ਤੇ ਹਰਚਰਨ ਪ੍ਰਹਾਰ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ ਕੈਲਗਰੀ ਦੇ ਵਿੱਚ, ਆਓ ਕਿਸਾਨ ਹਤੈਸ਼ੀ ਲੋਕ ਇਕੱਠੇ ਹੋਈਏ। ਤੇ ਪ੍ਰੇਰੀ ਦੇ ਵਿੰਡਸ ਪਾਰਕ ਦੇ ਵਿੱਚ ਲੋਕ ਇਕੱਠੇ ਹੋਏ, ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਸਨ ਤੇ ਲਗਭਗ ਇਹਨਾਂ ਵਿੱਚੋਂ ਬਹੁਤਿਆਂ ਨੇ ਹਰੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸੀ, ਜਾਂ ਫਿਰ ਉਹਨਾਂ ਨੇ ਆਪਣੇ ਗਲਾਂ ਦੇ ਵਿੱਚ ਹਰੇ ਰੰਗ ਦੇ ਪਰਨੇ ਪਾਏ ਹੋਏ ਸੀ। ਉਹਨਾਂ ਦੇ ਹੱਥਾਂ ਦੇ ਵਿੱਚ ਕਿਸਾਨ ਵਿਰੋਧੀ ਬੈਨਰ ਫੜੇ ਹੋਏ ਸਨ, ਕਿਸਾਨ ਵਿਰੋਧੀ ਬਿੱਲਾਂ ਦੇ ਸੰਬੰਧੀ ਬੈਨਰ ਫੜੇ ਹੋਏ ਸਨ, ਜਿਹੜੇ ਇੱਕ ਸੰਕੇਤਕ ਰੂਪ ਸੀ ਇਸ ਰੋਸ ਪ੍ਰਦਰਸ਼ਨ ਦਾ ਕਿ ਅਸੀਂ ਉਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਾਂ, ਉਹਨਾਂ ਆਰਡੀਨੈਂਸਸ ਦਾ ਵਿਰੋਧ ਕਰ ਰਹੇ ਹਾਂ, ਕਿਸਾਨ ਸੰਘਰਸ਼ ਦੇ ਅਸੀਂ ਹੱਕ ਵਿੱਚ ਹਾਂ ਅਤੇ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਇਹਨਾਂ ਬਿੱਲਾਂ ਦਾ ਅਸੀਂ ਜ਼ਬਰਦਸਤ ਵਿਰੋਧ ਕਰ ਰਹੇ ਹਾਂ। ਸੋ ਮੈਂ ਆਖ ਰਿਹਾ ਸੀ ਕਿ ਇਹ ਵਿਸ਼ਵ ਵਿਰੋਧੀ ਲਹਿਰ ਬਣਦੀ ਜਾ ਰਹੀ ਹੈ। ਮੈਨੂੰ ਲੱਗਦਾ ਜੇਕਰ ਇਹ ਲੀਡਰ ਇਸੇ ਤਰ੍ਹਾਂ ਬਜਿੱਦ ਰਹੇ ਤੇ ਡਟੇ ਰਹੇ, ਕੁਝ ਨਾ ਕੁਝ ਲੈ ਜਾਣਗੇ, ਖੱਟ ਲੈਣਗੇ। ਪਰ ਜਾਗਰੂਕ ਰਹੋ ਕਿ ਕਿਤੇ ਘੁਸਪੈਠ ਨਾ ਕੋਈ ਉਸ ਤਰ੍ਹਾਂ ਦੇ ਲੋਕ ਕਰ ਜਾਣ ਕਿ ਤੁਹਾਡੇ ਇਸ ਸੰਘਰਸ਼ ਨੂੰ ਤਾਰ ਪੀਡੋ ਕਰ ਜਾਣ। ਤੇ ਹੁਣ ਅਗਲੀ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ, ਜਿਸ ਨੂੰ RCMP ਕਿਹਾ ਜਾਂਦਾ ਹੈ, ਉਹਦੇ ਵਿੱਚ ਬਹੁਤ ਸਾਰੇ ਸਿੱਖ ਅਫਸਰ ਨੇ ਜਿਹੜੇ ਦਸਤਾਰਧਾਰੀ ਵੀ ਨੇ, ਜਿਨ੍ਹਾਂ ਦੇ ਦਾੜੀਆਂ ਵੀ ਨੇ। ਉਹਨਾਂ ਦੇ ਨਾਲ ਇੱਕ ਵਿਤਕਰੇ ਦੀ ਘਟਨਾ ਸਾਹਮਣੇ ਆਈ ਤੇ ਉਹਦੇ ਤੋਂ ਬਾਅਦ WHO ਨੇ ਜਿੱਥੇ ਸਟੈਂਡ ਲਿਆ ਤੇ ਉੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਵੀ ਸਟੈਂਡ ਲੈ ਲਿਆ। ਅਸਲ ਦੇ ਵਿੱਚ ਇਸ COVID-19 ਮਹਾਮਾਰੀ ਦੌਰਾਨ ਕੈਨੇਡਾ ਦੇ ਵਿੱਚ RCMP ਵੱਲੋਂ ਕੁਝ ਸਿੱਖ ਪੁਲਿਸ ਅਫਸਰਾਂ ਨਾਲ ਵਿਤਕਰੇ ਦਾ ਮੁੱਦਾ ਗਰਮਾ ਗਿਆ, ਜਿਸ ਦੀ WHO ਨੇ ਨਿੰਦਿਆ ਵੀ ਕੀਤੀ ਹੈ। ਤੇ WHO ਨੇ ਕਿਹਾ ਕਿ RCMP ਵੱਲੋਂ ਸਿੱਖ ਅਫਸਰਾਂ ਨਾਲ ਜਿਹੜਾ ਵਿਤਕਰਾ ਕੀਤਾ ਜਾਣਾ ਹੈ, ਇਹ ਮੰਦਭਾਗਾ ਵੀ ਹੈ, ਇਹ ਨਿਰਾਸ਼ਾਜਨਕ ਵੀ ਹੈ। ਜਾਣਕਾਰੀ ਅਨੁਸਾਰ RCMP ਨੇ ਸਿੱਖ ਅਫਸਰ ਜਿਨ੍ਹਾਂ ਦੇ ਦਾੜੀਆਂ ਸੀ, ਉਸ ਦੇ ਕਾਰਨ ਬੀਤੀ 31 ਮਾਰਚ ਤੋਂ ਉਹਨਾਂ ਨੂੰ ਫਰੰਟ ਲਾਈਨ ਡਿਊਟੀ ਤੋਂ ਹਟਾ ਲਿਆ ਤੇ ਲਗਭਗ 6 ਮਹੀਨੇ ਬੀਤ ਚੁੱਕੇ ਹੈ। ਇਹ ਸਿੱਖ ਅਫਸਰ ਅੰਦਰ ਵਿਭਾਗ ਦੇ ਵਿੱਚ ਡੈਸਕ ਦੀ ਡਿਊਟੀ ਤੇ ਕੰਮ ਕਰ ਰਹੇ ਨੇ ਤੇ ਉੱਥੇ RCMP ਇਹਦੇ ਪਿੱਛੇ ਤਰਕ ਦੇ ਰਹੀ ਸੀ ਕਿ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਮਾਸਕ ਪਾਉਣ ਵਾਸਤੇ ਆਖਿਆ ਜਾ ਰਿਹਾ ਸੀ ਤੇ ਮੈਡੀਕਲ ਮਾਸਕ ਸੀ, ਤੇ ਦਾੜੀ ਵਾਲੇ ਵਿਅਕਤੀ ਉਹ ਅਫਸਰ ਉਹਨਾਂ ਦੇ ਚਿਹਰੇ ਦੇ ਉੱਤੇ ਇਹ ਮਾਸਕ ਫਿੱਟ ਨਹੀਂ ਸੀ ਬੈਠਦੇ। ਇਸ ਵਾਸਤੇ RCMP ਨੇ ਇਹਨਾਂ ਸਿੱਖ ਅਫਸਰਾਂ ਦੀ ਡਿਊਟੀ ਅੰਦਰ ਡੈਸਕਾਂ ਤੇ ਲਾ ਦਿੱਤੀ। ਪਰ ਸਿੱਖ ਅਧਿਕਾਰੀਆਂ ਨੇ ਕਿਹਾ ਕਿ ਇਹ ਤਾਂ ਦੱਸਣ ਕਿ ਮਾਸਕ ਪਾਉਣਾ ਲਾਜ਼ਮੀ ਕਰਾਰ ਕਿੱਥੇ ਦਿੱਤਾ ਗਿਆ ਸੀ। ਸਿਰਫ ਇਹ ਜ਼ਰੂਰ ਸੀ ਕਿ ਜਿੱਥੇ ਜ਼ਿਆਦਾ ਜ਼ੋਖਮ ਵਾਲੀਆਂ ਥਾਵਾਂ ਨੇ ਮਾਸਕ ਉੱਥੇ ਪਹਿਨਣਾ ਲਾਜ਼ਮੀ ਸੀ। ਉਹਨਾਂ ਇਹ ਵੀ ਦੱਸਿਆ ਕਿ ਬਿਨਾਂ ਕਿਸੇ ਜਾਇਜ਼ ਕਾਰਨ ਫਰੰਟ ਲਾਈਨ ਡਿਊਟੀ ਤੋਂ ਹਟਾਉਣਾ ਇਹ ਮੰਦਭਾਗਾ ਹੈ ਕਿ BC ਦੇ ਵਿੱਚ ਜਾਂ ਹੋਰਨਾਂ ਥਾਵਾਂ ਤੇ ਜਿੱਥੇ RCMP ਸਿੱਖ ਅਫਸਰਾਂ ਨੂੰ ਫਰੰਟ ਲਾਈਨ ਡਿਊਟੀ ਤੋਂ ਹਟਾ ਕੇ ਡੈਸਕ ਦੇ ਉੱਤੇ ਬਿਠਾ ਦਿੱਤਾ ਗਿਆ, ਇਹ ਚਿੰਤਾਜਨਕ ਹੈ। ਜਦਕਿ ਦੂਸਰੀਆਂ ਥਾਵਾਂ ਤੇ ਸਿੱਖ ਫਰੰਟ ਲਾਈਨ ਤੇ ਡਿਊਟੀ ਕਰ ਰਹੇ ਨੇ, ਉੱਥੇ ਤਾਂ ਕਿਸੇ ਨੇ ਨਹੀਂ ਵਰਜਿਆ। ਇਹ ਵੀ ਸਪਸ਼ਟ ਨਹੀਂ ਹੈ ਕਿ RCMP ਨੇ ਇਹਨਾਂ ਪੁਲਿਸ ਸਿੱਖ ਅਫਸਰਾਂ ਲਈ N100 ਮਾਸਕ ਕਿਉਂ ਜ਼ਰੂਰੀ ਕੀਤੇ, ਜਦ ਕਿ ਅੱਜ ਤੱਕ ਮੈਡੀਕਲ ਜਿਹੜੇ ਅਧਿਕਾਰੀ ਨੇ, ਮਾਹਿਰ ਨੇ, ਉਹ ਆਖ ਰਹੇ ਨੇ ਕਿ ਇਸ ਪੈਂਡੈਮਿਕ ਦੇ ਦੌਰਾਨ ਆਮ ਮੈਡੀਕਲ ਮਾਸਕ ਦੀ ਵਰਤੋਂ ਨਾ ਕੀਤੀ ਜਾਵੇ। ਸਿਰਫ ਕੁਝ ਮਾਮਲਿਆਂ ਦੇ ਵਿੱਚ N95 ਮਾਸਕ ਦੀ ਜ਼ਰੂਰਤ ਦੱਸੀ ਗਈ ਹੈ। ਹੁਣ BC ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਨੇ, ਹੁਣ ਉਹ ਰਿਟਾਇਰਡ ਹੋ ਚੁੱਕੇ ਨੇ, ਢਿੱਲੋਂ ਸਾਹਿਬ ਹੋਰਾਂ ਨੇ ਆਖਿਆ, ਉਹ ਕਹਿੰਦੇ ਵੀ ਸੁਰੱਖਿਆ ਮੰਤਰੀ ਬਿਲ ਬਲੇਅਰ ਦੇ ਅੱਗੇ ਮੈਂ ਇਹ ਮੁੱਦਾ ਉਠਾਇਆ ਹੈ। ਉਹਨਾਂ ਨੇ ਕਿਹਾ ਕਿ ਹਰ ਪੁਲਿਸ ਅਧਿਕਾਰੀ ਨੂੰ ਬਿਨਾਂ ਕਿਸੇ ਵਿਤਕਰੇ ਦੇ ਬਰਾਬਰੀ ਦੇ ਅਧਿਕਾਰ ਮਿਲੇ ਹੋਏ ਨੇ। ਫਿਰ ਆ ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਅਧਿਕਾਰੀ ਜਿਹੜੀ ਡਾਕਟਰ ਬੋਨੀ ਹੈਨਰੀ ਨੇ, ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿੱਥੇ ਕਰੋਨਾ ਦਾ ਬਹੁਤਾ ਖਤਰਾ ਹੈ ਹੀ ਨਹੀਂ, ਉੱਥੇ ਅਧਿਕਾਰੀਆਂ ਨੂੰ N95 ਮਾਸਕ ਪਾਉਣੇ ਕੋਈ ਲਾਜ਼ਮੀ ਨਹੀਂ। ਜਦੋਂ BC ਦੀ ਚੀਫ ਮੈਡੀਕਲ ਅਫਸਰ ਇਹ ਆਖ ਰਹੀ ਹੈ, ਜਦੋਂ BC ਦੇ ਸਿਹਤ ਅਧਿਕਾਰੀ ਇਹ ਆਖ ਰਹੇ ਨੇ,
ਫਿਰ ਇਹ ਸਿੱਖ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਬਾਹਰ ਫਰੰਟ ਲਾਈਨ ਤੋਂ ਹਟਾ ਕੇ ਅੰਦਰ ਬਿਠਾਉਣਾ ਸਿਰਫ ਤੇ ਸਿਰਫ ਇਹ ਉਹਨਾਂ ਦੇ ਨਾਲ ਧੱਕੇਸ਼ਾਹੀ ਹੈ। ਜਦੋਂ ਇਹ ਖਬਰ ਪਬਲਿਕ ਸੇਫਟੀ ਮਿਨਿਸਟਰ ਕੋਲ ਪਹੁੰਚੀ, ਬਿਲ ਬਲੇਅਰ ਕੋਲ, ਜਦੋਂ ਇਹ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੋਲ ਪਹੁੰਚੀ, ਪ੍ਰਧਾਨ ਮੰਤਰੀ ਨੇ ਜਿਹੜੇ, ਤਾਂ ਉਹ ਕਹਿੰਦੇ ਜਿਹੜੇ ਸਿੱਖ ਪੁਲਿਸ ਅਫਸਰਾਂ ਦੇ ਨਾਲ ਮਾਸਕ ਨੀਤੀ ਨੂੰ ਲੈ ਕੇ RCMP ਨੇ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਵਿਤਕਰਾ ਕੀਤਾ। ਇਹ ਵਿਤਕਰਾ ਬਿਲਕੁਲ ਨਹੀਂ ਹੋਣਾ ਚਾਹੀਦਾ, ਇਹ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ਮੈਂ ਇਸ ਗੱਲ ਦੇ ਉੱਤੇ ਸਖਤ ਸਟੈਂਡ ਲੈਣਾ ਕਿ ਜੇ ਇਹ ਇੰਜ ਕੀਤਾ ਗਿਆ, ਇਹ ਵਿਤਕਰਾ ਹੋਇਆ ਜਿਸ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਉਹਨਾਂ ਨੂੰ ਰੱਖੀਆਂ ਗਈਆਂ ਨੇ, ਉਹ ਕਹਿੰਦੇ ਮੈਂ ਇਸ ਵਕਤ ਸਿੱਖ ਪੁਲਿਸ ਅਫਸਰਾਂ ਦੇ ਨਾਲ ਸਟੈਂਡ ਕਰਦਾ ਤੇ RCMP ਦੀ ਇਸ ਮੰਦਭਾਗੀ ਕਾਰਵਾਈ ਦੇ ਉੱਤੇ ਮੈਨੂੰ ਅਫਸੋਸ ਹੈ। ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਇਹਨਾਂ ਮੁਲਕਾਂ ਦੀ ਇਹੋ ਹੀ ਖੂਬਸੂਰਤੀ ਹੈ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੇ ਵਿਸ਼ੇ ਦੇ ਉੱਤੇ ਵੀ ਆਪਣੀ ਰਾਏ ਖੁੱਲ੍ਹ ਖੁਲਾ ਕੇ ਰੱਖਦਾ ਤੇ ਦੂਸਰੇ ਪਾਸੇ ਸਾਡੇ ਵਾਲੇ ਕਈ ਵਾਰੀ ਮੁਆਫੀ ਤੱਕ ਨਹੀਂ ਮੰਗਦੇ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਮਾੜਾ, ਇਹ ਮੰਦਭਾਗਾ ਨਹੀਂ ਸੀ ਹੋਣਾ ਚਾਹੀਦਾ। ਤੇ ਹੁਣ ਅਗਲੀ ਖਬਰ ਵੱਲ ਧਿਆਨ ਦਿੰਦੇ ਹਾਂ। ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਮੁਲਤਾਨੀ ਕੇਸ ਦੇ ਵਿੱਚ ਉਹਨਾਂ ਦੇ ਉੱਤੇ ਧਾਰਾ 302 ਭਾਵ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਲਗਭਗ 29 ਵਰ੍ਹੇ ਪਹਿਲਾਂ ਮੁਲਤਾਨੀ ਨੂੰ ਉਹਨਾਂ ਦੇ ਘਰੋਂ ਜ਼ਬਰੀ ਅਗਵਾ ਕੀਤਾ ਗਿਆ, ਫਿਰ ਤਸ਼ੱਦਦ ਢਾਇਆ ਗਿਆ, ਫਿਰ ਉਹਨਾਂ ਨੂੰ ਅਗਵਾ ਕਰਨ ਤੋਂ ਬਾਅਦ ਤਸ਼ੱਦਦ ਢਾਉਣ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਤੇ ਮੌਤ ਤੋਂ ਬਾਅਦ ਉਹਨਾਂ ਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ ਤੇ ਇੱਕ ਕਾਦੀਆਂ ਥਾਣੇ ਦੇ ਵਿੱਚ ਮੁਕੱਦਮਾ ਵੀ, ਇੱਕ ਪਰਚਾ ਵੀ ਦਰਜ ਕਰ ਲਿਆ ਗਿਆ, ਕੋਈ ਭਗੌੜੇ ਕਰਾਰ ਹੋ ਗਏ ਆ। ਪਰ ਉਹਨਾਂ ਦੇ ਉੱਤੇ ਬੀਤੇ ਸਮੇਂ ਦੇ ਵਿੱਚ ਇੱਕ ਕਤਲ ਦਾ ਮੁਕੱਦਮਾ ਦਰਜ ਹੋਇਆ। ਮੋਹਾਲੀ ਦੀ ਅਦਾਲਤ ਨੇ ਪਹਿਲਾਂ ਉਹਨਾਂ ਦੀ ਅਗਾਊਂ ਜ਼ਮਾਨਤ ਰੱਦ ਕੀਤੀ ਸੀ, ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਅਗਾਊਂ ਜ਼ਮਾਨਤ ਰੱਦ ਕੀਤੀ ਸੀ, ਫਿਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਗਿਆ ਤਾਂ ਉੱਥੇ ਵੀ ਉਹਨਾਂ ਨੇ ਗ੍ਰਿਫਤਾਰੀ ਦੇ ਉੱਤੇ ਕੁਝ ਹਫ਼ਤਿਆਂ ਦੇ ਵਾਸਤੇ ਰੋਕ ਲਾਈ ਸੀ। ਸਿੱਟ ਦੇ ਅੱਗੇ ਉਹਨਾਂ ਨੂੰ ਪੇਸ਼ ਹੋਣ ਦੇ ਵਾਸਤੇ ਉਹਨਾਂ ਨੂੰ ਆਖ ਦਿੱਤਾ ਸੀ, ਪਰ ਕੱਲ੍ਹ ਖਬਰਾਂ ਮਿਲੀਆਂ ਸੀ ਉਹ ਗਏ ਹੈ, ਪਰ ਕੀ ਕਹਿ ਕੇ ਆਏ ਆ, ਕਿਹੜੀ ਜਾਣਕਾਰੀ ਦੇ ਕੇ ਆਏ, ਇਹਦੇ ਬਾਬਤ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪਰ ਅੱਜ ਇੱਕ ਨਵਾਂ ਸਗੂਫਾ ਕੱਢ ਮਾਰਿਆ ਕਿ ਸੁਮੇਧ ਸੈਣੀ ਨੇ ਇਸ ਮੁਲਤਾਨੀ ਕੇਸ ਨੂੰ ਰੱਦ ਕਰਵਾਉਣ ਦੇ ਵਾਸਤੇ ਭਾਰਤ ਦੀ ਸਰਬ ਉੱਚ ਜਿਹੜੀ ਅਦਾਲਤ ਹੈ ਸੁਪਰੀਮ ਕੋਰਟ, ਉਹਦੇ ਵਿੱਚ 1991 ਦੇ ਇਸ ਮੁਲਤਾਨੀ ਮਾਮਲੇ ਦੇ ਵਿੱਚ ਦਰਜ ਉਹਨਾਂ ਦੇ ਖਿਲਾਫ FIR ਨੂੰ ਰੱਦ ਕਰਵਾਉਣ ਦੇ ਵਾਸਤੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਉਹਨਾਂ ਆਖਿਆ ਕਿ ਇਹ ਕੇਸ ਰੱਦ ਹੋਣਾ ਚਾਹੀਦਾ। ਉਹਨਾਂ ਨੇ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪਾਈ ਸੀ, ਪਰ ਉਹਨਾਂ ਨੇ ਖਾਰਜ ਕਰ ਦਿੱਤੀ। ਹੁਣ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਸੁਮੇਧ ਸੈਣੀ ਦੀ ਪਟੀਸ਼ਨ ਤੇ ਸੁਣਵਾਈ ਕਰਨੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 1 ਅਕਤੂਬਰ ਦਾ ਦਿਨ ਇਸ ਪਟੀਸ਼ਨ ਦੀ ਸੁਣਵਾਈ ਦੇ ਵਾਸਤੇ ਤੈਅ ਕੀਤਾ ਜਾਏਗਾ। ਇਹ ਕਿਆਸ ਰਾਈਆਂ ਪਹਿਲਾਂ ਤੋਂ ਹੀ ਲੱਗ ਰਹੀਆਂ ਸਨ। ਬੀਤੇ ਸਮੇਂ ਵਿੱਚ ਵੀ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦਾ ਆ ਰਿਹਾ ਕਿ ਸੁਮੇਧ ਸੈਣੀ ਹਰ ਸੰਭਵ ਕੋਸ਼ਿਸ਼ ਕਰਨਗੇ, ਉਹਨਾਂ ਦਾ ਕਾਨੂੰਨੀ ਹੱਕ ਵੀ ਹੈ, ਪਰ ਹੁਣ ਇਹ ਅੱਗੇ ਅਦਾਲਤ ਨੇ ਵੇਖਣਾ ਕਿ ਉਹਨਾਂ ਦੇ ਖਿਲਾਫ ਦਰਜ ਕੀਤੀ ਗਈ ਮਟੌਰ ਥਾਣਾ ਦੇ ਵਿੱਚ ਧਾਰਾ 302 ਦੇ ਅਧੀਨ ਇਸ ਮੁਲਤਾਨੀ ਕੇਸ ਦੇ ਵਿੱਚ ਕਤਲ ਦਾ ਮੁਕੱਦਮਾ ਹੈ, ਉਹ FIR ਦਰਜ ਹੁੰਦੀ ਹੈ ਜਾਂ ਨਹੀਂ। ਸੋ ਜੇ ਇਹ ਰੱਦ ਹੋਈ ਤਾਂ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਜੇਕਰ ਉਹਨਾਂ ਦੀ ਇਹ ਪਟੀਸ਼ਨ ਰੱਦ ਹੋ ਗਈ ਤਾਂ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ। ਪਰ ਹੁਣ 1 ਅਕਤੂਬਰ ਤੱਕ ਦਾ ਸਾਨੂੰ ਇੰਤਜ਼ਾਰ ਕਰਨਾ ਪਏਗਾ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ ਤੇ ਆਉਣ ਵਾਲੇ ਅਗਲੇ ਜਿਹੜੀ ਸੈਗਮੈਂਟ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਸਾਂਝੀ ਕਰਨੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਗ੍ਰਾਮ ਸਭਾਵਾਂ ਦੇ ਰੋਲ ਦੇ ਬਾਬਤ ਇੱਕ ਵੱਖਰੀ ਵੀਡੀਓ ਤੁਹਾਡੇ ਲਈ ਪੇਸ਼ ਕਰਾਂਗਾ। ਸੋ ਹੁਣ ਸਮਾਂ ਲਗਭਗ ਸਮਾਪਤ ਹੈ, ਪਰ ਜਾਣ ਤੋਂ ਪਹਿਲਾਂ ਕਹਾਂਗਾ ਕਿ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰਨਾ ਨਾ ਭੁੱਲਿਓ ਤੇ ਨਾਲ ਹੀ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ। ਤੇ ਆਓ ਫਿਰ ਆਖੀਏ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।